ਪਹਿਲਾਂ 50 ਜਣਿਆਂ ਦੀ ਗੈਦਰਿੰਗ ਦੀ ਪਰਮਿਸ਼ਨ ਮਿਲੀ ਸੀ ਤਾਂ ਹੌਲੀ-ਹੌਲੀ ਰਿਲੀਫ ਮਿਲਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਲੱਗਿਆ कि शायद ਹੁਣ 50 ਤੋਂ 70 80 ਜਾਂ 100 ਹੋ ਜਾਣਗੇ, पर गिनती घटा दी गई। बिल्कुल, ये भी आपकी बात ठीक है। जब हमें लगा था कि 50 लोगों में थोड़ा सा लोगों का कॉन्फिडेंस बढ़ गया था, गेस्ट आना शुरू हो गए थे और लोगों की इंक्वायरियां बढ़नी शुरू हो गई थी, लेकिन जैसे ही 30 की अनाउंसमेंट की, इनफैक्ट जो बुकिंग हुई भी थी वो भी सारी कैंसिल हो गई। आम लोगों की लैंग्वेज जेकर गल की जाए तो उन्होंने कहना है कि ਲੱਖਾਂ ਕਰੋੜਾਂ रुपए लोग अर्न कर चुके ने, बहुत मार्जिन होंदा इन्हां नूं। ਵੈਡਿੰਗਸ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਇੱਕ ਪ੍ਰੋਟੋਕਾਲ ਦੇ ਹਿਸਾਬ ਨਾਲ ਸਿਸਟਮੈਟਿਕਲੀ, ਕਿਉਂਕਿ ਅਗਰ ਸਾਡੇ ਕੋਲ ਜਗ੍ਹਾ ਹੈ, ਜੋ ਗਵਰਨਮੈਂਟ 50 ਤੋਂ 52 ਬੰਦੇ ਬੱਸ ਚਲਾਓ ਕਰ ਸਕਦੀ ਫੁੱਟ ਦੇ, ਸਾਡੇ ਕੋਲ 2-2.5 ਕਿੱਲੇ ਜਾਂ ਜਗ੍ਹਾ ਹੈਗੀ, ਅਸੀਂ ਉਹਨੂੰ ਬੜੇ ਖੁੱਲੇ ਬਿਠਾ ਕੇ ਸਿਸਟਮੈਟਿਕਲੀ, ਈਵਨ ਅਸੀਂ ਪਹਿਲੇ ਵੀ ਬੜੇ ਸੇਫਟੀ ਨਾਲ ਚਲਾਉਂਦੇ ਸੀ ਇਹਨੂੰ। ਵੇਟਰ ਸਾਡੇ ਜਿਹੜੇ ਮਾਸਕ ਵਗੈਰਾ ਪਹਿਲੇ ਵੀ ਯੂਜ਼ ਕਰਦੇ ਸੀ, ਕੈਪਸ, ਗਲਵਜ਼, ਐਵਰੀਥਿੰਗ ਅਸੀਂ ਪਹਿਲੇ ਵੀ ਬੜੇ ਸੇਫਟੀ ਨਾਲ ਚੱਲਦੇ ਸੀ। ਹੁਣ ਅਸੀਂ ਅੱਗੋਂ ਉਹਨੂੰ ਹੋਰ ਸੇਫਟੀ ਨਾਲ ਚੱਲਾਂਗੇ। ਐਗਜ਼ਿਟ ਪੁਆਇੰਟ, ਐਂਟਰੀ ਪੁਆਇੰਟ, ਸਿਟਿੰਗ ਪੁਆਇੰਟ, ਸੈਨੀਟਾਈਜ਼ਿੰਗ, ਐਵਰੀਥਿੰਗ ਅਸੀਂ ਕਰਾਂਗੇ, ਪਰ ਸਾਨੂੰ ਗਵਰਨਮੈਂਟ ਅਲਾਉ ਹੀ ਨਹੀਂ ਕਰ ਰਹੀ। ਮਤਲਬ ਜਿਹੜੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੀ ਹੈ, ਉਹ ਸਰਕਾਰ ਸਭ ਤੋਂ ਪਹਿਲਾਂ ਠੇਕੇ ਖੋਲਦੀ ਹੈ ਕਿ ਸ਼ਰਾਬ ਇੱਕ ਨਸ਼ਾ ਨਹੀਂ ਹੈ। ਸ਼ਰਾਬ 'ਚ ਨਸ਼ਾ ਹੈ ਜੀ, ਪਰ ਗਵਰਨਮੈਂਟ ਦੀ ਮਜਬੂਰੀ ਹੈ ਜੀ ਕਿ ਜਿੰਨਾ ਹੁਣ ਕੋਵਿਡ-19 ਦੇ ਵਿੱਚ ਲੋਕ ਸਰਕਾਰ ਦਾ ਖਰਚਾ ਹੋ ਰਿਹਾ ਹੈਗਾ, ਰੈਵਨਿਊ ਆਏਗਾ ਤਾਂ ਹੀ ਖਰਚਾ ਚੱਲੇਗਾ ਜੀ। ਜਿਹੜਾ ਸਟਾਫ ਹੈਗਾ ਜਿਹਨੂੰ ਅਸੀਂ ਰਿਟੇਨ ਕਰਕੇ ਰੱਖਣਾ, ਜਿਹੜਾ ਜ਼ਰੂਰੀ ਵਾਲਾ 15-15 20 ਬੰਦੇ ਆ, ਉਹਨਾਂ ਨੂੰ ਸੈਲਰੀਆਂ ਦੇਣੀਆਂ ਪੈਂਦੀਆਂ। ਸਾਨੂੰ ਪੈਸੇ ਦੇ ਰਹੇ ਹੋ ਪਹਿਲੇ ਦਿਨ ਤੋਂ ਉਹਨਾਂ ਨੂੰ? ਬਿਲਕੁਲ ਅਸੀਂ ਪੈਸੇ ਦੇ ਰਹੇ ਹਾਂ ਜੀ, ਸਟਾਫ ਨੂੰ ਦੇ ਰਹੇ ਹਾਂ, ਕਿਉਂਕਿ ਉਹ ਸਾਡੇ ਬੱਚਿਆਂ ਵਾਂਗੂ ਹੈਗੇ ਜੀ। ਅਗਰ ਉਹ ਅੱਜ ਭੁੱਖੇ ਮਰ ਜਾਣਗੇ, ਕੱਲ ਨੂੰ ਜਦੋਂ ਸਾਨੂੰ ਕੰਮ ਦੀ ਜ਼ਰੂਰਤ ਪਏਗੀ ਤਾਂ ਉਹ ਨਹੀਂ ਆਣਗੇ। ਡੀਸੀ ਸਾਹਿਬ ਨੂੰ ਮੰਗ ਪੱਤਰ ਤੁਸੀਂ ਪਹਿਲਾਂ ਵੀ ਦੇ ਚੁੱਕੇ ਹੋ, ਉਹਦਾ ਕੋਈ ਇੰਪੈਕਟ? ਅਸੀਂ ਪਿਛਲੀ ਵਾਰੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ, ਉਦੋਂ ਉਹਨਾਂ ਨੇ 50 ਬੰਦੇ ਅਲਾਉ ਕਰਤੇ ਸੀ, ਤਾਂ ਅਸੀਂ ਇਹਨਾਂ ਨੂੰ ਹੋਰ ਅੱਗੇ ਡਿਮਾਂਡ ਕਰਦੇ ਸੀ ਕਿ ਜੀ ਤੁਸੀਂ ਘੱਟੋ ਘੱਟ 100-200 ਬੰਦੇ ਹੀ ਕਰ ਦਿਓ, ਐਟਲੀਸਟ ਅਸੀਂ ਬ੍ਰੇਕ ਇਵਨ ਤੱਕ ਪਹੁੰਚ ਸਕੀਏ। ਜਦੋਂ ਬ੍ਰੇਕ ਇਵਨ ਆ ਜਾਏਗਾ ਤਾਂ ਸਾਰੇ ਸਟਾਫ ਨੂੰ ਕੰਮ ਮਿਲੇਗਾ, ਉਹਨਾਂ ਦੇ ਪਰਿਵਾਰਾਂ ਨੂੰ ਅੱਗੇ ਰਾਸ਼ਨ ਮਿਲੇਗਾ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਏਗੀ ਵੀ ਆਪਾਂ ਪਰਸੋਂ ਨੂੰ ਰੋਟੀ ਕਿੱਥੋਂ ਖਾਣੀ ਹੈ। ਬੇਰੁਜ਼ਗਾਰੀ ਤਾਂ ਪਹਿਲਾਂ ਹੀ ਇੱਕ ਬੜਾ ਵੱਡਾ ਇਸ਼ੂ ਹੈ। ਇਹ ਇਸ ਤਰ੍ਹਾਂ ਹੋਟਲਸ ਬੰਦ ਕਰਕੇ, ਰਿਜ਼ੋਰਟਸ ਬੰਦ ਕਰਕੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਆਲਰੇਡੀ ਬੇਰੁਜ਼ਗਾਰ ਕਰ ਦਿੱਤਾ ਹੈ। बिल्कुल, बेरोज़गारी इन्नी बढ़ चुकी है कि इस समय जो सब तो छोटा तबका होता है वेटर्स, वो क्राइम वाले पासे चल पे ने। ਅਸੀਂ ਉਹਨਾਂ ਨੂੰ ਆਪਣੇ ਕੋਲ ਸਮਝਾਉਂਦੇ ਹਾਂ, ਉਹਨਾਂ ਨੂੰ ਕਾਉਂਸਲਿੰਗ ਕਰਨੇ ਆ ਕਿ ਨਹੀਂ ਇਹੋ ਜਿਹੇ ਕੰਮਾਂ 'ਚ ਨਹੀਂ ਪੈਣਾ। ਅਸੀਂ ਆਪਣੇ ਪੱਲੋਂ ਉਹਨਾਂ ਨੂੰ ਖਰਚੇ ਵੀ ਦੇ ਰਹੇ ਹਾਂ। ਉਹਦੇ 'ਚ ਕੀ ਹੁੰਦਾ, ਨਾ ਸੈਨੀਟਾਈਜ਼ਰ ਹੁੰਦੀ ਹੈ, ਨਾ ਉਹਨਾਂ ਨੇ ਮਾਸਕ ਪਾਉਂਦੇ ਨੇ, ਜਿਹਦੀ ਵਜ੍ਹਾ ਨਾਲ ਸਰਕਾਰ ਨੇ ਗੁਰਦੁਆਰੇ ਮੰਦਰਾਂ 'ਚ ਰੇਡ ਪਾ ਕੇ ਪਰਚੇ ਵੀ ਕੀਤੇ। ਪਰਚਾ ਕਰਨਾ ਕੋਈ ਹੱਲ ਨਹੀਂ ਹੈਗਾ, ਪਰਚੇ ਕਰਨ ਨਾਲ ਕੁਝ ਨਹੀਂ ਹੋਣਾ ਜਦ ਤੱਕ ਜਿਹਦੀ ਡਿਮਾਂਡ ਉਹਨੂੰ ਪੂਰੀ ਨਹੀਂ ਕੀਤੀ ਜਾਏਗੀ। ਸਭ ਤੋਂ ਆਖਿਰ ਦੇ ਵਿੱਚ ਤੁਹਾਨੂੰ ਰੱਖਿਆ ਗਿਆ ਕੀ ਹੈ ਜ਼ਹਿਨ ਦੇ ਵਿੱਚ ਸਰਕਾਰਾਂ ਦੇ, ਕੀ ਤੁਹਾਨੂੰ ਅਨਪੜ੍ਹ ਸਮਝ ਰਹੀ ਹੈ ਸਰਕਾਰ? शायद हम फोकस में नहीं है, या लगता है कि शादी करना इतनी इम्पोर्टेंट बात नहीं है इन कंपैरिजन टू हेल्थ। वो भी बात ठीक है, लेकिन खाली शादी एक इवेंट नहीं है, इट्स नॉट अ सोशल इवेंट। ਕਿੰਨੇ ਮਹੀਨੇ ਦਾ ਬਿਜਲੀ ਦਾ ਬਿੱਲ ਹੈ ਜਿਹੜਾ ਹਾਲੇ ਤੱਕ ਪੇ ਨਹੀਂ ਹੋਇਆ, ਕਿਉਂਕਿ ਬਿੱਲ ਤਾਂ ਉਦਾਂ ਹੀ ਆ ਰਹੇ ਨੇ ਜਿੱਦਾਂ ਆਣੇ ਨੇ। 4-4 ਮਹੀਨਿਆਂ ਦਾ ਬਿੱਲ ਹੈਗਾ ਜੀ ਜਿਹੜਾ ਅਸੀਂ ਪੇ ਨਹੀਂ ਕੀਤਾ। ਮੈਂ ਆਪਣੀ ਗੱਲ ਕਰਾਂ ਤਾਂ ਮੈਂ 5,12,000 ਰੁਪਏ ਦਾ ਮੇਰੇ ਕੋਲ ਬਿੱਲ ਆਇਆ ਪਿਆ, ਅਸੀਂ ਪੇ ਨਹੀਂ ਕੀਤਾ। ਲੋਨ ਦੀ EMI ਹੈ ਜੀ, ਉਹ ਨਾਲ ਦੀ ਨਾਲ ਚੱਲ ਰਹੀ ਹੈ, ਪੇ ਕਿੱਥੋਂ ਕਰਾਂਗੇ ਜੀ, ਸਾਡੇ ਕੋਲ ਕੰਮ ਹੀ ਹੈ ਨਹੀਂਗਾ। ਕਈ ਬੰਦੇ ਸਾਡੀ ਲਾਈਨ 'ਚ, ਕਈਆਂ ਨੂੰ ਕਿਸੇ ਨੂੰ ਅਟੈਕ ਆ ਗਿਆ, ਕਿਸੇ ਦੀ ਡੈਥ ਹੋ ਗਈ, ਜਾਂ ਕਿਸੇ ਨੇ ਫੰਦਾ ਲਾ ਲਿਆ, ਫਾਂਸੀ ਲਾ ਲਈ, ਕੋਈ ਨਾ ਕੋਈ ਇੱਦਾਂ ਲਾਸ ਹੀ ਹੈ। ਅਗਰ ਕੋਵਿਡ ਨਾਲ ਨਹੀਂ ਬੰਦਾ ਮਰੇਗਾ, ਗਵਰਨਮੈਂਟ ਮਾਰਨ ਦੀ ਨੀਤੀਆਂ ਤੇ ਚੱਲੀ ਤਾਂ ਫਿਰ ਬੰਦੇ ਇੱਦਾਂ ਮਰਨਗੇ। ਇਹ ਬਿਮਾਰੀ ਜਿਹੜੇ ਬਾਈ ਪਲੇਨ ਇੰਡੀਆ 'ਚ ਲੈ ਕੇ ਆਏ ਨੇ, ਉਹੀ ਲੈ ਕੇ ਆਏ ਨੇ ਨਾ, ਉਹਨਾਂ ਤੋਂ ਬਿਮਾਰੀ ਸ਼ੁਰੂ ਹੋਈ। ਇਹ ਸਿਰਫ ਕਹਿਣ ਦੀ ਗੱਲ ਹੈ, ਵੱਡੀ ਗੱਡੀਆਂ ਵਾਲੇ ਦੇ ਲੋਨ ਵੀ ਵੱਡੇ ਨੇ, ਉਹਨਾਂ ਦੇ ਖਰਚੇ ਵੀ ਵੱਡੇ ਹੀ ਨੇ। ਸਾਡੇ ਇੱਕ ਦੋਸਤ ਹੈਗੇ ਨੇ, ਉਹ ਰਿਸੋਰਟ ਦੇ ਮਾਲਕ ਸੀ, ਉਹਨਾਂ ਨੂੰ ਇਸੇ ਗੱਲ ਤੋਂ ਅਟੈਕ ਹੋ ਗਿਆ, डेथ होगी। सरकार ने अपने अर्निंग वाले पॉइंट सारे खोले, सारी टैक्सेशन खोल रखी है, सारे शराब के ठेके खोल रखे हैं, उन्होंने टाइम भी ज़्यादा दे रखा है। फिर एक होटल वाला कितने जाएगा जी, असी अपना बिजनेस कितों करांगे। ਸਰਕਾਰਾਂ ਵੱਲੋਂ ਬਹੁਤ ਸਾਰੇ ਅਜਿਹੇ ਫੈਸਲੇ ਲਏ ਗਏ ਨੇ ਜੋ ਆਮ ਲੋਕਾਂ ਦੀ ਸਮਝ ਤੋਂ ਬਾਹਰ ਨੇ, ਜਿਸ ਤਰ੍ਹਾਂ ਸ਼ਰਾਬ ਦੇ ਠੇਕੇ ਸਭ ਤੋਂ ਪਹਿਲਾਂ ਖੋਲ੍ਹਣਾ, ਬੱਸਾਂ ਪੂਰੀ ਸਮਰੱਥਾ ਦੇ ਨਾਲ ਚੱਲਣੀਆਂ, ਰਿਜ਼ੋਰਟਸ ਖੁੱਲ੍ਹ ਜਾਣੇ, ਹੋਟਲਸ ਖੁੱਲ੍ਹ ਜਾਣੇ, ਰੈਸਟੋਰੈਂਟਸ ਖੁੱਲ੍ਹ ਜਾਣੇ, ਵਿਆਹ ਸਿਰਫ 30 ਲੋਕਾਂ ਦੇ ਨਾਲ, ਤੇ ਇਹ 30 ਲੋਕ ਕੌਣ ਹੋਣਗੇ ਇਹ ਡਿਸਾਈਡ ਕਰਨਾ ਆਮ ਲੋਕਾਂ ਦੇ ਲਈ ਔਖਾ ਹੋਇਆ ਪਿਆ। ਉੱਥੇ ਹੀ ਜੇ ਇੱਕ ਰਿਜ਼ੋਰਟ ਜਾਂ ਮੈਰਿਜ ਪੈਲੇਸ ਬੁੱਕ ਕਰੀਏ 30 ਲੋਕਾਂ ਦੇ ਨਾਲ ਤਾਂ ਖਰਚਾ ਕਿੰਨਾ ਵੱਧ ਜਾਂਦਾ ਹੈ, ਇਸ ਦਾ ਅੰਦਾਜ਼ਾ ਵੀ ਤੁਸੀਂ ਲਗਾ ਸਕਦੇ ਹੋ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਇੰਨੇ ਟਾਈਮ ਤੋਂ, ਜਦੋਂ ਤੋਂ ਲੋਕਡਾਊਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਮੈਰਿਜ ਪੈਲੇਸਿਸ ਤੇ ਰਿਜ਼ੋਰਟਸ ਤੇ ਤਾਲੇ ਜੜੇ ਹੋਏ ਨੇ, ਜਿਸ ਤੋਂ ਪਰੇਸ਼ਾਨ ਹੋ ਕੇ ਹੋਟਲ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਵੱਲੋਂ ਇੱਕ ਸੰਘਰਸ਼ ਵਿੱਢਿਆ ਗਿਆ। ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਜਿਹੜੀ ਗੈਦਰਿੰਗ ਹੈ ਉਸ ਦੀ ਜਿਹੜੀ ਗਿਣਤੀ 30 ਦੀ ਲਿਮਿਟ ਰੱਖੀ ਗਈ ਹੈ, ਥੋੜੀ ਵਧਾਈ ਜਾਏ, 50% ਦੇ ਨਾਲ ਜਿਹੜੀ ਹੈ ਵਿਆਹ ਕਰਨ ਦੀ ਪਰਮਿਸ਼ਨ ਦਿੱਤੀ ਜਾਏ, 50% ਗੈਦਰਿੰਗ ਦੇ ਨਾਲ।
ਪਰ ਇਸ ਦਾ ਸਿੱਟਾ ਕੀ ਨਿਕਲਦਾ ਹੈ, ਪਰ ਇਹ ਕਿਹੜੀ ਪਰੇਸ਼ਾਨੀਆਂ ਤੋਂ ਜੂਝ ਰਹੇ ਨੇ, ਕਿਹੜੀਆਂ ਦਿੱਕਤਾਂ ਆ ਰਹੀਆਂ ਨੇ, ਆਰਥਿਕ ਤੌਰ ਤੇ ਕੀ ਦਿੱਕਤ ਆ ਰਹੀ ਹੈ ਤੇ ਇਹਨਾਂ ਦੇ ਨਾਲ ਜਿਹੜਾ ਸਟਾਫ ਜੁੜਿਆ ਹੋਇਆ ਹੈ ਕਿ ਉਹ ਬੇਰੋਜ਼ਗਾਰ ਹੋ ਗਿਆ ਹੈ, ਇਹਨਾਂ ਗੱਲਾਂ ਤੇ ਅੱਜ ਚਾਨਣ ਪਾ ਲੈਂਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਲੋਕ ਪ੍ਰੈਫਰ ਕਰਨਗੇ ਕਿ ਜੇ ਗੈਦਰਿੰਗ ਸਿਰਫ 30 ਜਣਿਆਂ ਦੀ ਹੈ ਤੇ ਰਿਜ਼ੋਰਟਸ ਜਾਂ ਹੋਟਲਸ ਬੁੱਕ ਕਰਵਾਏ ਜਾਣ, ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਸ਼ਾਦੀਆਂ ਹੋ ਰਹੀਆਂ ਨੇ। बिल्कुल ठीक है आपकी बात, ये बात बिल्कुल कॉमन सेंस वाली बात है। जिसके घर में 30 लोगों की शादी होगी वो पहले अपने घर के परिवार बंदे ही लोग पूरे नहीं कर सकता, तो वो रिजॉर्ट होटल में जाके वो सेलिब्रेट करने का कोई मतलब ही नहीं बनता। वो तो एक मैंडेटरी वाली बात हो जाएगी कि शादी करनी है इसलिए वो शादी कर रहे हैं, उसके लिए वो या तो घर जाएंगे, अपने घर में फंक्शन करेंगे, या मंदिर में जाएंगे या गुरुद्वारे में जाएंगे, वहाँ पे जाके फंक्शन करेंगे। एटलीस्ट कोई भी बैंक्वेट हॉल या रिजॉर्ट फंक्शन नहीं बुक करेगा। और वैसे भी सिर्फ वेडिंग फंक्शंस अलाउड है। आप भी समझते हो कि वेडिंग के साथ शगन, मेहंदी, रिंग सेरेमनी, ऐसे बहुत सारे फंक्शन जुड़े होते हैं, वो सारे फंक्शंस कैंसिल हो जाएंगे। इसका मतलब ये हो गया कि सिर्फ वेडिंग आप कर सकते हो, वो भी 30 लोगों की। इसका मतलब वो लोग किसी भी रिजॉर्ट, होटल या किसी भी बैंक्वेट हॉल की सर्विसेज यूज़ नहीं ਜਦੋਂ करेंगे। ਪਹਿਲਾਂ 50 ਜਣਿਆਂ ਦੀ ਗੈਦਰਿੰਗ ਦੀ ਪਰਮਿਸ਼ਨ ਮਿਲੀ ਸੀ ਤਾਂ ਹੌਲੀ-ਹੌਲੀ ਰਿਲੀਫ ਮਿਲਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਹੁਣ 50 ਤੋਂ 70, 80 ਜਾਂ 100 ਹੋ ਜਾਣਗੇ, ਪਰ ਗਿਣਤੀ ਘਟਾ ਦਿੱਤੀ ਗਈ। बिल्कुल, ये भी आपकी बात ठीक है। जब हमें लगा था कि 50 लोगों में थोड़ा सा लोगों का कॉन्फिडेंस बढ़ गया था, गेस्ट आना शुरू हो गए थे और लोगों की इंक्वायरियां बढ़नी शुरू हो गई थी, लेकिन जैसे ही 30 की अनाउंसमेंट की, इनफैक्ट जो बुकिंग हुई भी थी वो भी सारी कैंसिल हो गई थी। ਜੇ ਕੋਈ ਵਿਅਕਤੀ 30 ਜਣਿਆਂ ਦੇ ਨਾਲ ਵਿਆਹ ਸ਼ਾਦੀ ਕਰਨ ਦੇ ਲਈ ਤੁਹਾਡੇ ਕੋਲ ਆਉਂਦਾ ਵੀ ਹੈ ਕਿ ਅਸੀਂ ਇਹ ਰਿਜ਼ੋਰਟ ਬੁੱਕ ਕਰਨਾ ਹੈ, ਹਾਲ ਬੁੱਕ ਕਰ ਦਿਓ, ਅਸੀਂ 30 ਜਣਿਆਂ ਦੇ ਨਾਲ ਅਸੀਂ ਇੱਥੇ ਮੈਨੇਜ ਕਰ ਲਾਂਗੇ, ਤਾਂ ਖਰਚਾ ਵੱਧ ਰਿਹਾ ਹੈ, ਤੁਹਾਡਾ ਖਰਚਾ ਵੱਧ ਰਿਹਾ ਹੈ ਜਾਂ ਉਹਨਾਂ ਦਾ ਵੱਧ ਰਿਹਾ ਹੈ? सर मैडम, ये रिज़ॉर्ट है, बड़ा रिज़ॉर्ट होता है। ऑब्वियसली जो हमारी मिनिमम ऑपरेटिंग एक्सपेंस हैं वो बहुत ज़्यादा होते हैं। अगर हम कोई भी कमर्शियल फंक्शन करेंगे तो हमारा भी ये रहेगा कि अगर हम प्रॉफिट ज़्यादा नहीं भी कमाते हैं तो कम से कम ब्रेक इवन पॉइंट पे तो पहुँचे ना। अगर हम ब्रेक इवन पॉइंट पे भी पहुँचेंगे तो भी वो कॉस्ट काफ़ी हाई होती है और वो किसी भी कस्टमर को चुभेगी वो कॉस्ट। तो हम भी नहीं चाहते कि हम कोई ऐसी ऊंची कॉस्ट की क्लाइंट को कोट करें जिससे उसको सुनकर अच्छा ना लगे या उसको पैसे खर्च के खुशी ना हो। तो एक बैलेंस्ड अप्रोच में अगर हम चलते हैं तो आई थिंक उसमें बेटर रहेगा, क्योंकि एरियाज़, स्टाफ को देखते हुए अगर रिजॉर्ट वाले चाहें तो एक अच्छा प्रोटोकॉल मेंटेन करके और सिस्टमैटिक वे में हम फंक्शन कर सकते हैं, जिसमें कि हम कोविड को सेफ्टी जो हमने देनी है गेस्ट को, उसको हम बहुत अच्छे से मेंटेन करके गेस्ट को वो सर्विसेज दे सकते हैं। क्योंकि सबके पास मेरे ख्याल से जो रिजॉर्ट, होटल वगैरह हैं, उनके पास एरिया की कमी नहीं है और खुला एरिया है, स्टाफ है, प्रोफेशनल स्टाफ है, और वो जो भी आपके सेफ्टी नॉर्म्स एंड स्टैंडर्ड्स हैं या जो भी आप प्रोटोकॉल बनाना चाहते हैं, गवर्नमेंट बनाना चाहती है, उसको बहुत विधिपूर्ण तरीके से उसको फॉलो कर। ਆਮ ਲੋਕਾਂ ਦੀ ਲੈਂਗੁਏਜ 'ਚ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੱਖਾਂ ਕਰੋੜਾਂ ਰੁਪਏ ਇਹ ਲੋਕ ਅਰਨ ਕਰ ਚੁੱਕੇ ਨੇ, ਬਹੁਤ ਮਾਰਜਨ ਹੁੰਦਾ ਇਹਨਾਂ ਨੂੰ। ਬਟ ਤੁਹਾਡੀ ਇੰਡਸਟਰੀ ਦੇ ਨਾਲ ਆਮ ਲੋਕ ਕਿੰਨੇ ਜੁੜੇ ਹੁੰਦੇ, ਕਿੰਨੇ ਲੋਕਾਂ ਦਾ ਰੋਜ਼ਗਾਰ ਜੁੜਿਆ ਹੁੰਦਾ ਹੈ ਨਾਲ, ਇਹ ਵੀ ਐਕਸਪਲੇਨ ਕਰੋ। ਮੈਮ, ਜਦੋਂ ਇੱਕ ਵਿਆਹ ਹੁੰਦਾ ਹੈ, ਵਿਆਹ ਹੋਣ ਤੋਂ ਪਹਿਲੇ ਤਕਰੀਬਨ 40 ਤੋਂ 50 ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਜਿਹਨੂੰ ਲੋਕਾਂ ਨੇ ਬੁੱਕ ਕਰਨਾ ਹੁੰਦਾ ਹੈ। ਚਾਹੇ ਕੋਈ बैंड वाला है, चाहे कोई मूवी वाला है, उस तो अलावा इन्होंने बैंक्वेट हॉल बुक करने हैं, केटर बुक करने हैं, उस तो पहले इन्होंने शॉपिंग करनी है, कपड़े का रिलेटेड है, ईवन बहुत ज़्यादा चीज़ां ने, डीजे वाला बुक करना होता है। और साडी मैरिज इंडस्ट्री नाल आफ्टर मैरिज और बिफोर मैरिज और मैरिज वाले दिन, ਈਵਨ ਮੈਰਿਜ ਵਾਲੇ ਦਿਨ ਅਗਰ ਇੱਕ ਰਿਜ਼ੋਰਟ ਦੇ ਵਿੱਚ 400 ਤੋਂ 500 ਬੰਦੇ ਦਾ ਫੰਕਸ਼ਨ ਹੁੰਦਾ ਹੈ ਤੇ 400 ਤੋਂ 500 ਬੰਦਾ ਸੇਮ ਡੇ ਹੋਰ ਵੀ ਅਰਨ ਕਰ ਰਿਹਾ ਹੁੰਦਾ, ਜਿਹਦੇ ਵਿੱਚ 100 ਤੋਂ ਵੱਧ ਵੇਟਰਸ ਹੁੰਦੇ ਆ, ਹਲਵਾਈ ਹੁੰਦੇ ਆ, ਡੀਜੇ ਵਾਲੇ ਆ, ਹਰ ਇੱਕ ਡੀਜੇ ਵਾਲੇ ਦੇ ਨਾਲ 10-10 ਬੰਦੇ ਹੁੰਦੇ ਆ, मूवी वाले होंगे है, केटरर्स होंगे है, उन्होंने नाल स्टॉल वाले होंगे है, वैले पार्किंग है, कई ऐसी चीज़ां ने जिहड़ियां नाल जुड़ियां हुई हैं। ईवन तुसीं मार्केट में पता करो, बाजार दे विच जिहड़े वड्डे वड्डे शोरूम्स है कपड़े दे, वो भी कह रहे हैं कि साडे काम नहीं है क्योंकि वैडिंग्स नहीं है। शूज़ वाले शोरूम है, उन्होंने पुछ लो, वैडिंग्स नहीं है। हर बंदा अफेक्ट कर रहा है इस चीज़ नाल। वैडिंग्स नूं शुरू कर देना चाहिए एक प्रोटोकॉल के हिसाब नाल, सिस्टमैटिकली, क्योंकि अगर साडे कोल जगह है, जो गवर्नमेंट 50 to 52 बंदे बस चलाओ कर सकती है फुट दे, साडे कोल 2-2.5 किले जगह हैगी, असीं उहनूं बड़े खुले खुले बिठा के सिस्टमैटिकली, ईवन असीं पहले भी बड़े सेफ्टी नाल चलाते सी इनू। वेटर साडे जिहड़े मास्क वगैरह पहले भी यूज़ करते सी, कैप्स, ग्लव्स, एवरीथिंग असीं पहले भी बड़े सेफ्टी नाल चलते सी। हुण असीं अग्गों उहनूं होर सेफ्टी नाल चलांगे। एग्जिट पॉइंट, एंट्री पॉइंट, सिटिंग पॉइंट, सैनिटाइजिंग, एवरीथिंग असीं करांगे, पर सानू गवर्नमेंट अलाउ ही नहीं कर रही।
ਸਕਰੀਨਿੰਗ ਕਰ ਸਕਦੇ ਹਾਂ। ਸਾਨੂੰ ਗਵਰਨਮੈਂਟ ਅਲਾਉ ਹੀ ਨਹੀਂ ਕਰ ਰਹੀ। ਸਾਡੇ ਕੋਲ ਇੰਨੇ ਕੁ ਜ਼ਿਆਦਾ, ਅਸੀਂ ਗਵਰਨਮੈਂਟ ਅਗਰ ਸਾਨੂੰ ਅਲਾਉ ਕਰੇ ਅਸੀਂ ਗਵਰਨਮੈਂਟ ਨੂੰ ਉਹਨਾਂ ਤੋਂ ਵੱਧ ਚੜ ਕੇ ਬੈਟਰ ਕਰਕੇ ਦੇ ਸਕਦੇ ਹਾਂ। ਜਦੋਂ ਲੋਕਡਾਊਨ ਲੱਗਿਆ ਉਸ ਤੋਂ ਬਾਅਦ ਜਦੋਂ ਰਿਲੀਫ ਦੇਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਠੇਕੇ ਖੋਲੇ ਗਏ ਤੇ ਠੇਕੇ ਖੋਲਣ ਦਾ ਸਮਾਂ ਵੀ ਕਾਫੀ ਸੀਗਾ, ਮਤਲਬ 14 ਘੰਟੇ ਹੁਣ ਵੀ ਠੇਕੇ ਖੁੱਲੇ ਹੋਏ ਨੇ। ਉਸ ਤੋਂ ਬਾਅਦ ਸ਼ਰਾਬ ਦੀ ਹੋਮ ਡਿਲੀਵਰੀ ਦੀ ਗੱਲ ਸਾਹਮਣੇ ਆਈ। ਮਤਲਬ ਜਿਹੜੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੀ ਹੈ, ਉਹ ਸਰਕਾਰ ਸਭ ਤੋਂ ਪਹਿਲਾਂ ਠੇਕੇ ਖੋਲਦੀ ਹੈ। ਕਿ ਸ਼ਰਾਬ ਇੱਕ ਨਸ਼ਾ ਨਹੀਂ ਹੈ? ਸ਼ਰਾਬ 'ਚ ਨਸ਼ਾ ਹੈ ਜੀ, ਪਰ ਗਵਰਨਮੈਂਟ ਦੀ ਮਜਬੂਰੀ ਹੈ ਜੀ ਕਿ ਜਿੰਨਾ ਹੁਣ ਕੋਵਿਡ-19 ਦੇ ਵਿੱਚ ਲੋਕ ਸਰਕਾਰ ਦਾ ਖਰਚਾ ਹੋ ਰਿਹਾ ਹੈਗਾ, ਰੈਵਨਿਊ ਆਏਗਾ ਤਾਂ ਹੀ ਖਰਚਾ ਚੱਲੇਗਾ ਜੀ। ਇਸ ਕਰਕੇ ਇਹ ਆ ਵੀ ਸਰਕਾਰ ਨੂੰ ਸ਼ਰਾਬ ਖੋਲ੍ਹਣੀ ਪਈ। ਸ਼ਰਾਬ ਦੇ ਕਰਕੇ ਜਿਹੜਾ ਰੈਵਨਿਊ ਆਉਂਦਾ, ਅਸੀਂ ਵੀ ਇਹੀ ਗੱਲ ਕਹਿੰਦੇ ਆ ਵੀ ਅਸੀਂ ਸਰਕਾਰ ਦੇ ਨਾਲ ਹੈਗੇ ਆ। ਜਿੱਦਾਂ ਵੀ ਜੇ ਉਹਨਾਂ ਨੇ 30 ਬੰਦਿਆਂ ਦੀ ਜਾਂ 50 ਬੰਦਿਆਂ ਦੀ ਕਿ ਅਸੀਂ ਸਰਕਾਰ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੈਗੇ ਆ, ਪਰ ਇਹ ਵੀ ਸਰਕਾਰ ਨੂੰ ਕਿਤੇ ਨਾ ਕਿਤੇ ਸਾਡੀ ਹੋਟਲ ਇੰਡਸਟਰੀ ਨੂੰ, ਰਿਜ਼ੋਰਟ ਇੰਡਸਟਰੀ ਨੂੰ ਵੀ ਰਿਲੀਫ ਦੇਣਾ ਚਾਹੀਦਾ, ਕਿਉਂਕਿ ਬਿਜਲੀ ਦੇ ਬਿੱਲ ਆ ਰਹੇ ਆ 4-4 ਮਹੀਨੇ ਦੇ ਅਸੀਂ ਬਿੱਲ ਪੇ ਨਹੀਂ ਕੀਤੇ। ਉਧਰ EMI ਆਏ ਆ, ਉਹ ਅਸੀਂ ਰੋਕ ਰੱਖੀ ਹੈ। ਪਰ ਜਿਹੜਾ ਸਟਾਫ ਹੈਗਾ ਜਿਹਨੂੰ ਅਸੀਂ ਰਿਟੇਨ ਕਰਕੇ ਰੱਖਣਾ, ਜਿਹੜਾ ਜ਼ਰੂਰੀ ਵਾਲਾ 15-15 20-20 ਬੰਦੇ ਆ, ਉਹਨਾਂ ਨੂੰ ਸੈਲਰੀਆਂ ਦੇਣੀਆਂ ਪੈਂਦੀਆਂ। ਸਾਨੂੰ ਪੈਸੇ ਦੇ ਰਹੇ ਹੋ ਪਹਿਲੇ ਦਿਨ ਤੋਂ ਉਹਨਾਂ ਨੂੰ? ਬਿਲਕੁਲ ਅਸੀਂ ਪੈਸੇ ਦੇ ਰਹੇ ਹਾਂ ਜੀ, ਸਟਾਫ ਨੂੰ ਦੇ ਰਹੇ ਹਾਂ, ਕਿਉਂਕਿ ਉਹ ਸਾਡੇ ਬੱਚਿਆਂ ਵਾਂਗੂ ਹੈਗੇ ਜੀ। ਅਗਰ ਉਹ ਅੱਜ ਭੁੱਖੇ ਮਰ ਜਾਣਗੇ, ਕੱਲ ਨੂੰ ਜਦੋਂ ਸਾਨੂੰ ਕੰਮ ਦੀ ਜ਼ਰੂਰਤ ਪਏਗੀ ਤਾਂ ਉਹ ਨਹੀਂ ਆਣਗੇ। ਇਸ ਕਰਕੇ ਇਹ ਵੀ ਚਾਹੇ ਅਸੀਂ ਆਪਣਾ ਘਰੋਂ ਵੀ ਲਿਆ ਕੇ ਜੋ ਅਸੀਂ ਆਪਣੇ ਕਰ ਸਕਦੇ ਸੀ ਮੈਕਸਿਮਮ, ਉਹਨਾਂ ਨੂੰ ਰਾਸ਼ਨ ਵੀ ਦਿੱਤਾ, ਉਹਨਾਂ ਨੂੰ ਸੈਲਰੀਆਂ ਵੀ ਦੇ ਰਹੇ ਹੈਗੇ ਆ, ਪਰ ਐਟਲੀਸਟ ਅਸੀਂ ਕਿੰਨੀ ਦੇਰ ਦੇ ਸਕਾਂਗੇ? ਡੀਸੀ ਸਾਹਿਬ ਨੂੰ ਮੰਗ ਪੱਤਰ ਤੁਸੀਂ ਪਹਿਲਾਂ ਵੀ ਦੇ ਚੁੱਕੇ ਹੋ, ਉਹਦਾ ਕੋਈ ਇੰਪੈਕਟ? ਅਸੀਂ ਪਿਛਲੀ ਵਾਰੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ, ਉਦੋਂ ਉਹਨਾਂ ਨੇ 50 ਬੰਦੇ ਅਲਾਉ ਕਰਤੇ ਸੀ। ਤਾਂ ਅਸੀਂ ਇਹਨਾਂ ਨੂੰ ਹੋਰ ਵੀ ਅੱਗੇ ਡਿਮਾਂਡ ਕਰਦੇ ਸੀ ਕਿ ਜੀ ਤੁਸੀਂ ਘੱਟੋ ਘੱਟ 100-200 ਬੰਦੇ ਹੀ ਕਰ ਦਿਓ, ਐਟਲੀਸਟ ਅਸੀਂ ਬ੍ਰੇਕ ਇਵਨ ਤੱਕ ਪਹੁੰਚ ਸਕੀਏ। ਜਦੋਂ ਬ੍ਰੇਕ ਇਵਨ ਆ ਜਾਏਗਾ ਤਾਂ ਸਾਰੇ ਸਟਾਫ ਨੂੰ ਕੰਮ ਮਿਲੇਗਾ, ਉਹਨਾਂ ਦੇ ਪਰਿਵਾਰਾਂ ਨੂੰ ਅੱਗੇ ਰਾਸ਼ਨ ਮਿਲੇਗਾ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਏਗੀ ਵੀ ਆਪਾਂ ਪਰਸੋਂ ਨੂੰ ਰੋਟੀ ਕਿੱਥੋਂ ਖਾਣੀ ਹੈ। ਕਿਉਂਕਿ ਸ਼ੁਰੂ ਤਾਂ ਬੜੇ ਲੰਗਰ ਚੱਲਦੇ ਹੁੰਦੇ ਸੀ, ਸਭ ਕੁਝ, ਹੁਣ ਸਭ ਕੁਝ ਬੰਦ ਹੋ ਰੱਖਿਆ ਹੈਗਾ ਜੀ। ਜਿਹੜਾ ਪੈਲੇਸ ਵਾਲਾ ਜਾਂ ਰਿਜ਼ੋਰਟ ਵਾਲਾ ਜਾਂ ਹੋਟਲ ਵਾਲਾ ਉਹ ਕਿੰਨੀ ਦੇਰ ਘਰੋਂ ਲਿਆ ਕੇ ਦੇ ਸਕਦਾ ਹੈਗਾ? ਨਾਲੇ ਸਟਾਫ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਜੀ ਕਿ ਪਤਾ ਨਹੀਂ ਹਲੇ ਕਦੋਂ ਖੁੱਲਣਾ। ਉਸ ਗੱਲ ਦੀ ਤਾਂ ਸਾਨੂੰ ਵੀ ਸ਼ੋਰਟੀ ਨਹੀਂ ਹੈ ਵੀ ਕਦੋਂ ਖੁੱਲਣਾ ਹੈ। ਬੇਰੋਜ਼ਗਾਰੀ ਤਾਂ ਪਹਿਲਾਂ ਹੀ ਇੱਕ ਬੜਾ ਵੱਡਾ ਇਸ਼ੂ ਹੈ। ਇਹ ਇਸ ਤਰ੍ਹਾਂ ਹੋਟਲਸ ਬੰਦ ਕਰਕੇ, ਰਿਜ਼ੋਰਟਸ ਬੰਦ ਕਰਕੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਆਲਰੇਡੀ ਬੇਰੋਜ਼ਗਾਰ ਕਰ ਦਿੱਤਾ ਹੈ। ਬਿਲਕੁਲ, ਬੇਰੋਜ਼ਗਾਰੀ ਇੰਨੀ ਵੱਧ ਚੁੱਕੀ ਹੈ ਕਿ ਇਸ ਸਮੇਂ ਜੋ ਸਭ ਤੋਂ ਛੋਟਾ ਤਬਕਾ ਹੁੰਦਾ ਹੈ ਵੇਟਰਸ, ਉਹ ਕ੍ਰਾਈਮ ਵਾਲੇ ਪਾਸੇ ਚੱਲ ਪਏ ਨੇ। ਅਸੀਂ ਉਹਨਾਂ ਨੂੰ ਆਪਣੇ ਕੋਲ ਸਮਝਾਉਂਦੇ ਹਾਂ, ਉਹਨਾਂ ਨੂੰ ਕਾਉਂਸਲਿੰਗ ਕਰਨੇ ਆ ਕਿ ਨਹੀਂ ਇਹੋ ਜਿਹੇ ਕੰਮਾਂ 'ਚ ਨਹੀਂ ਪੈਣਾ। ਅਸੀਂ ਆਪਣੇ ਪੱਲੋਂ ਉਹਨਾਂ ਨੂੰ ਖਰਚੇ ਵੀ ਦੇ ਰਹੇ ਹਾਂ ਕਿ ਉਹਨਾਂ ਦਾ ਘਰ ਦਾ ਕੰਮ ਚੱਲਦਾ ਰਹੇ, ਲੇਕਿਨ ਉਹਦੇ 'ਚੋਂ ਕਾਫੀ ਲੋਕ ਆਪਣੇ ਗਾਉਂ ਨੂੰ ਭੱਜ ਗਏ ਨੇ। ਹੁਣ ਜਦੋਂ ਇੰਡਸਟਰੀ ਕੱਲ੍ਹ ਨੂੰ ਖੁੱਲ੍ਹੇਗੀ ਤਾਂ ਸਟਾਫ ਦੀ ਬੜੀ ਪ੍ਰੋਬਲਮਸ ਆਏਗੀ। ਜਿਵੇਂ ਅੱਜ ਫੈਕਟਰੀਆਂ ਦੇ ਅੰਦਰ ਪ੍ਰੋਬਲਮ ਆ ਰਹੀ ਹੈ, ਇਸੇ ਤਰ੍ਹਾਂ ਹੋਟਲ ਇੰਡਸਟਰੀ ਨੂੰ ਆਏਗੀ। ਸਰਕਾਰ ਨੂੰ ਸਾਡੀ ਇੱਕੋ ਹੀ ਮੰਗ ਹੈਗੀ ਹੈ ਕਿ ਇਹਨੂੰ 50% ਆਕੂਪੈਂਸੀ ਜਿਹੜੀ ਹੈ ਅਲਾਉ ਕੀਤੀ ਜਾਏ। ਜੇ 50% ਆਕੂਪੈਂਸੀ ਨਾਲ ਨਹੀਂ ਅਲਾਉ ਕਰਦੀ ਸਰਕਾਰ, ਫਿਰ ਅਸੀਂ ਜਿਵੇਂ ਖੜੇ ਅੱਜ ਤੇ ਖੜੇ ਹੀ ਹਾਂ ਜੀ। ਅਸੀਂ ਸਰਕਾਰ ਨਾਲ ਕੋਈ ਲੜਾਈ ਤੇ ਕਰ ਨਹੀਂ ਸਕਦੇ। ਅਸੀਂ ਤੇ ਸਿਰਫ ਡਿਮਾਂਡ ਕਰ ਸਕਦੇ ਹਾਂ, ਉਹ ਜੋ ਸਾਡਾ ਰਾਈਟ ਹੈ, ਉਹ ਸਾਡਾ ਰਾਈਟ ਹੈ। ਅਸੀਂ ਸਰਕਾਰ ਤੋਂ, ਸੈਂਟਰਲ ਗਵਰਨਮੈਂਟ ਹੋਵੇ ਚਾਹੇ ਸਟੇਟ ਗਵਰਨਮੈਂਟ ਹੋਵੇ, ਅਸੀਂ ਉਹਨਾਂ ਕੋਲੋਂ ਸਿਰਫ ਡਿਮਾਂਡ ਕਰ ਸਕਦੇ ਹਾਂ। ਡਿਮਾਂਡ ਕਰਨਾ ਸਾਡਾ ਹੱਕ ਹੈ। ਅਗਰ ਅਸੀਂ ਨਹੀਂ ਡਿਮਾਂਡ ਕਰਾਂਗੇ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ? ਅੱਜ ਜਿਮ ਵਾਲਿਆਂ ਨੇ ਬੜੀ ਡਿਮਾਂਡ ਕੀਤੀ, ਜਿਮ ਨੂੰ 5 ਅਗਸਤ ਤੋਂ ਅਲਾਉ ਕਰਤਾ ਨੋਰਮਸ ਦੇ ਨਾਲ। ਅਸੀਂ ਡੀਸੀ ਸਾਹਿਬ ਕੋਲ ਗਏ, ਉਹਨਾਂ ਨੇ 50% ਅਲਾਉ ਕਰਤਾ। 10 ਦਿਨ ਬਾਅਦ CM ਸਾਹਿਬ ਤੋਂ ਆਰਡਰ ਆ ਗਏ ਕਿ 30%। ਹੁਣ ਇੰਨੇ ਬੰਦਿਆਂ ਦੇ ਅੰਦਰ ਜਿਹੜੇ ਸਾਡੇ ਖਰਚੇ ਨੇ, ਐਕਸਪੈਂਸਿਸ ਪੂਰੇ ਨਹੀਂ ਹੁੰਦੇ, ਸਾਨੂੰ ਲਾਸ ਹੁੰਦਾ ਹੈ। ਉਹ ਅਸੀਂ ਲਾਸ ਪੂਰਾ ਕਰਨ ਵਾਸਤੇ ਕਸਟਮਰ ਤੇ ਪਾਵਾਂਗੇ। ਕਸਟਮਰ ਪਹਿਲੇ ਹੀ ਲਾਕਡਾਊਨ ਦੇ ਅੰਦਰ ਉਹਨਾਂ ਦੇ ਬਿਜ਼ਨਸ ਹੈ ਨਹੀਂ, ਸ਼ਾਦੀ ਕਰਨੀ, ਉਹਨਾਂ ਕੋਲ ਇੰਨੀ ਅਰਨਿੰਗ ਤੇ ਹੈ ਨਹੀਂ, ਉਹ ਵਿਚਾਰਾ ਕਿੱਥੋਂ ਭਰੇਗਾ? ਨੈਚੁਰਲੀ ਉਹ ਫਿਰ ਕੀ ਕਰਦਾ ਹੈ? ਗੁਰਦੁਆਰੇ ਮੰਦਿਰ ਸ਼ਾਦੀ ਕਰਦਾ, ਜਿੱਥੇ ਉਹ ਕੋਵਿਡ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਉਹ ਨਹੀਂ ਕਰ ਪਾਉਂਦਾ। ਉਹਦੇ 'ਚ ਕੀ ਹੁੰਦਾ? ਨਾ ਸੈਨੀਟਾਈਜ਼ਰ ਹੁੰਦੀ ਹੈ, ਨਾ ਉਹਨਾਂ ਨੇ ਮਾਸਕ ਪਾਉਂਦੇ ਨੇ, ਜਿਹਦੀ ਵਜ੍ਹਾ ਨਾਲ ਸਰਕਾਰ ਨੇ ਗੁਰਦੁਆਰੇ ਮੰਦਿਰਾਂ ਦੇ ਰੇਟ ਪਾ ਕੇ ਪਰਚੇ ਵੀ ਕੀਤੇ। ਪਰਚਾ ਕਰਨਾ ਕੋਈ ਹੱਲ ਨਹੀਂ ਹੈਗਾ। ਪਰਚੇ ਕਰਨ ਨਾਲ ਕੁਝ ਨਹੀਂ ਹੋਣਾ ਜਦ ਤੱਕ ਜਿਹਦੀ ਡਿਮਾਂਡ ਉਹਨੂੰ ਪੂਰੀ ਨਹੀਂ ਕੀਤੀ ਜਾਏਗੀ। ਰਿਜ਼ੋਰਟਸ ਦੇ ਵਿੱਚ ਵਿਆਹ ਹੁੰਦੇ ਨੇ ਜਾਂ ਇਸ ਤਰ੍ਹਾਂ ਮੈਰਿਜ ਪੈਲੇਸਿਸ ਦੇ ਵਿੱਚ ਵਿਆਹ ਹੁੰਦੇ ਨੇ ਤਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ, ਜਿਹੜਾ ਇਵੈਂਟ ਕਰਵਾ ਰਿਹਾ ਹੈ, ਤੁਸੀਂ ਮਾਲਕ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਆਪਣੇ ਗੈਸਟ ਦੇ ਪ੍ਰਤੀ ਤੁਹਾਡੀ ਪੂਰੀ ਜ਼ਿੰਮੇਵਾਰੀ ਹੈ। ਪਰ ਜਿਵੇਂ ਧਾਰਮਿਕ ਸਥਾਨਾਂ ਤੇ ਜਦੋਂ ਵਿਆਹ ਹੁੰਦੇ ਨੇ ਤਾਂ ਉੱਥੇ ਕਿਸੇ ਦੀ ਜ਼ਿੰਮੇਵਾਰੀ नहीं है। ये बात बिल्कुल ठीक कही है आपने। और आप एक कमर्शियल एस्टेब्लिशमेंट के ऊपर आप पाबंदियां लागू भी कर सकते हो और उसके ऊपर आप फॉलो भी कर सकते हो और आप चेक भी कर सकते हो। और लेकिन धार्मिक संस्थान पे तो आप ना कुछ भी नहीं कर सकते ये सब चीज़ें। और आई थिंक इसकी इम्प्लीमेंटेशन भी सही हो जाएगी। और कोविड एक ऐसी चीज़ है जो
ये तो है नहीं कि हमारे को डेट मालूम पड़ जाएगी 1 अक्टूबर से ख़त्म हो जाएगा या 15 दिसंबर से ख़त्म हो जाएगा। खत्म होना भी है कि नहीं, ये भी नहीं कभी ये भी नहीं पता। तो इट इज़ गोइंग टू बी विद अस एंड वी शुड नो हाउ टू लिव विद दैट। हमें कोरोना के साथ रहना सीखना पड़ेगा। हमें कोरोना के अंदर जो सिचुएशंस को कैसे मैनेज करना है, अपने आप को कैसे बचाना है, अपने साथियों को कैसे बचाना है, अपनी इंडस्ट्री को कैसे बचाना है, अपने स्टाफ को कैसे बचाना है, सबको बचाकर फिर और अपने आप को कैसे कमाकर बचाना भी है। ਕੀ ਲੱਗਦਾ ਸਭ ਤੋਂ ਜ਼ਿਆਦਾ ਨਿਗਲੈਕਟ ਤੁਸੀਂ ਹੋਏ ਹੋ ਕਿਉਂਕਿ ਹੁਣ ਕਹਿੰਦੇ ਕਿ ਸਿਨੇਮਾ ਘਰ ਵੀ ਸ਼ਾਇਦ 40% ਆਕੂਪੈਂਸੀ ਦੇ ਨਾਲ ਖੁੱਲ ਸਕਦੇ ਨੇ, ਉੱਥੇ ਰਿਸਕ ਹੈ ਫਿਰ ਵੀ ਜਿੱਥੇ ਲੋਕ ਬੈਠਦੇ ਨੇ ਉਹੀ ਸੀਟਸ ਬਾਰ-ਬਾਰ ਯੂਜ਼ ਹੋਣੀਆਂ ਨੇ, ਹਾਲਾਂਕਿ ਸੈਨੀਟਾਈਜ਼ ਹੋ ਜਾਣਗੀਆਂ ਜਾਂ ਨਹੀਂ ਹੋ ਜਾਣਗੀਆਂ ਇਹ ਬਾਤ ਦੀ ਗੱਲ ਹੈ, ਪਰ ਸਭ ਤੋਂ ਆਖਿਰ ਦੇ ਵਿੱਚ ਤੁਹਾਨੂੰ ਰੱਖਿਆ ਗਿਆ ਕੀ ਹੈ ਜ਼ਿਹਨ ਦੇ ਵਿੱਚ ਸਰਕਾਰਾਂ ਦੇ, ਕੀ ਤੁਹਾਨੂੰ ਅਨਪੜ੍ਹ ਸਮਝ ਰਹੀ ਹੈ ਸਰਕਾਰ? मेरे को लगता है कि सरकार ने शायद हॉस्पिटैलिटी इंडस्ट्री को अपने फोकस में थोड़ा सा निगलेक्ट कर दिया है, थोड़ा सा स्टेप मदरली ट्रीटमेंट मिला है शायद, मेरे को ऐसा फील होता है क्योंकि हम रिसीविंग एंड पे हैं तो इसलिए मुझे ऐसी फीलिंग आ रही है कि थोड़ा सा हमारे साथ स्टेप मदरली ट्रीटमेंट है, या शायद हम फोकस में नहीं हैं, या लगता है कि शादी करना इतनी इम्पोर्टेंट बात नहीं है इन कंपैरिजन टू हेल्थ। वो भी बात ठीक है, लेकिन खाली शादी एक इवेंट नहीं है, इट्स नॉट अ सोशल इवेंट। उसके साथ जुड़े हुए एंसिलरी ट्रेड, एंसिलरी इंडस्ट्री एंड द होल इकोनॉमी। जिन्होंने लीज पे लए हुए ने ਜਿਹੜੇ पहले से लीज तो चलो खैर वो प्रॉब्लम अलग ही है, लेकिन इसके साथ पूरी इकोनॉमी रोल करती है। वेडिंग के साथ इट्स अ बिग इंडस्ट्री, उसके साथ पूरी इकोनॉमी रोल करती है, चाहे वो जैसे हमारे कुलीग ने बताया कि चाहे वो जूते वाला इंडस्ट्री हो, आपके घर में कोई फंक्शन होगा तभी आप कपड़े खरीदोगे, कभी आप जूते लोगे, तभी आप ज्वेलरी बनाओगे, तभी आप कुछ और चीज़ करोगे, वो चीज़ें तभी होती हैं। तो इसके साथ सब कुछ जुड़ा हुआ है, इनफैक्ट घर की रेनोवेशन तक जुड़ी हुई है, ऑटोमोबाइल इंडस्ट्री जुड़ी हुई है, शादी में गाड़ियाँ दी जाती हैं, लेना देना होता है, सब कुछ होता है, वो सब चीज़ें इन वेडिंग से जुड़ी हुई हैं। जब वेडिंग में कुछ नहीं हो रहा तो फिर सब कुछ कैसे घूमेगा? तो वेडिंग एक हॉस्पिटैलिटी इंडस्ट्री नहीं है, इट्स अ टोटल इकोनॉमी फ्रंट से पूरा रोल करती है। तो थोड़ा सा कंसिडर कर लेंगे तो मेरे ख्याल से आई थिंक ਅਸੀਂ ਇਹ ਵੀ ਸੁਣਿਆ ਜਿਹੜੇ 35 40 ਹਜ਼ਾਰ ਰੁਪਏ ਲੈ ਕੇ ਸ਼ੈਫ ਇੱਥੇ ਆਪਣਾ ਕੰਮ ਕਰਦੇ ਨੇ ਉਹ ਸ਼ੈਫ ਹੁਣ 8 ਹਜ਼ਾਰ ਦੀ ਨੌਕਰੀ ਕਰ ਰਹੇ ਨੇ, ਗਾਰਡ ਦੀ नौकरी कर रहे हैं। मैडम पेट तो पालना है सबने, और जिनको हम हेल्प कर सकते थे उनको किया। कुछ लोगों को हमने ही रोज़गार लगवाया है कि भाई तुम ये काम कर लो, अपना कम से कम अपना घर का पेट तो पालोगे, तो वो करते हैं। अब मजबूरी है तो करना ही पड़ेगा। ਕਿੰਨੇ ਮਹੀਨੇ ਦਾ ਬਿਜਲੀ ਦਾ ਬਿੱਲ ਹੈ ਜਿਹੜਾ ਹਾਲੇ ਤੱਕ ਪੇ ਨਹੀਂ ਹੋਇਆ ਕਿਉਂਕਿ ਬਿੱਲ ਤਾਂ ਉਦਾਂ ਹੀ ਆ ਰਹੇ ਨੇ ਜਿੱਦਾਂ ਆਣੇ ਨੇ? 4 ਮਹੀਨਿਆਂ ਦਾ ਬਿੱਲ ਹੈਗਾ ਜੀ ਜਿਹੜਾ ਅਸੀਂ ਪੇ ਨਹੀਂ ਕੀਤਾ। ਮੈਂ ਆਪਣੀ ਗੱਲ ਕਰਾਂ ਤਾਂ ਮੈਂ 5,12,000 ਰੁਪਏ ਦਾ ਮੇਰੇ ਕੋਲ ਬਿੱਲ ਆਇਆ ਪਿਆ, ਅਸੀਂ ਪੇ ਨਹੀਂ ਕੀਤਾ। ਲੋਨ ਦੀ EMI ਹੈ ਜੀ ਉਹ ਨਾਲ ਦੀ ਨਾਲ ਚੱਲ ਰਹੀ ਹੈ, ਪੇ ਕਿੱਥੋਂ ਕਰਾਂਗੇ ਜੀ? ਸਾਡੇ ਕੋਲ ਕੰਮ ਹੀ ਹੈ ਨਹੀਂਗਾ। ਜਿਹੜੇ ਹੋਟਲ ਦੇ ਰੂਮ ਸੀਗੇ ਅੱਗੇ ਰੂਮ ਲੱਗਦੇ ਹੁੰਦੇ ਸੀ, ਟ੍ਰੇਨਾਂ ਬੰਦ ਹੈਗੀਆਂ, ਫਲਾਈਟਾਂ ਬੰਦ ਹੈਗੀਆਂ, ਈਵਨ ਕਿ ਬਾਰਡਰ ਬੰਦ ਹੈਗੇ ਆ। ਤਾਂ ਕਸਟਮਰ ਦੇ ਆਉਣ 'ਤੇ ਤਾਂ ਕੋਈ ਹੈ ਹੀ ਨਹੀਂ, ਕੋਈ ਕੰਪਨੀਆਂ ਵਾਲੇ ਕਾਰਪੋਰੇਟ ਵਾਲੇ ਆਉਂਦੇ ਸੀ, ਉਹ ਕੋਈ ਕਲਾਇੰਟ ਨਹੀਂ ਆ ਰਿਹਾ। ਮਤਲਬ ਖਰਚਾ ਹੀ ਖਰਚਾ ਹੈਗਾ ਜਿਹੜਾ ਸਾਨੂੰ ਮੇਨਟੇਨ ਕਰਨ ਵਾਸਤੇ ਪੈ ਰਿਹਾ ਹੈਗਾ, ਪਰ ਇਨਕਮ 1 ਰੁਪਈਏ ਦੀ ਵੀ ਹੈ ਨਹੀਂ। ਕਿੰਨੀ ਦੇਰ ਅਸੀਂ ਹੋਰ ਕਰਾਂਗੇ? ਇਹ ਆ ਵੀ ਜਿਹੜੇ 15 ਬੰਦੇ ਅਸੀਂ ਹਲੇ ਫਿਲਹਾਲ ਰੱਖੇ ਹੋਏ ਹੈਗੇ ਆ, ਐਟਲੀਸਟ ਅਸੀਂ ਉਹਨਾਂ ਨੂੰ ਵੀ ਹੱਥ ਜੋੜਾਂਗੇ ਜੀ ਵੀ ਤੁਸੀਂ ਆਪਣਾ ਪ੍ਰਬੰਧ ਕਰ ਲਓ। ਜੇ ਨਹੀਂ ਸਰਕਾਰ ਸੁਣਦੀ ਤੁਹਾਡੀ ਨਹੀਂ ਸੁਣਦੀ ਤਾਂ ਰਿਜ਼ਲਟ ਕੀ ਨਿਕਲੇਗਾ? ਕਿਉਂਕਿ ਅਸੀਂ ਹਲੇ ਵੀ ਕਿਤੇ ਨਾ ਕਿਤੇ ਦੇਖ ਰਹੇ ਹਾਂ ਕਾਫੀ ਰਿਜ਼ੋਰਟਸ ਦੇ ਵਿੱਚ ਨੋਰਮਸ ਨੂੰ ਜਾਂ ਜਿਹੜੇ ਰੂਲਸ ਨੇ ਉਹਨਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ। 70 80 ਬੰਦਾ ਉੱਥੇ ਵਿਆਹ ਸ਼ਾਦੀ ਦੇ ਵਿੱਚ ਸਮਾਗਮ ਦੇ ਵਿੱਚ ਮੌਜੂਦ ਹੁੰਦਾ ਤੇ ਜਦੋਂ ਰੇਡ ਹੁੰਦੀ ਹੈ ਉਦੋਂ ਪਰਚੇ ਦਰਜ ਹੋ ਜਾਂਦੇ ਨੇ ਜਾਂ ਕਾਰਵਾਈ ਕੀਤੀ ਜਾਂਦੀ ਹੈ। ਜੇ ਸਰਕਾਰ ਨਹੀਂ ਸੁਣਦੀ ਤਾਂ ਲੋਕ ਇਸੇ ਪਾਸੇ ਜਾਣਗੇ। ਮੈਡਮ ਲੋਕਾਂ ਨੇ ਜ਼ਰੂਰੀ ਨਹੀਂ ਰਿਜ਼ੋਰਟਸ ਦੇ ਵਿੱਚ, ਕਈਆਂ ਨੇ ਬਾਹਰ ਓਪਨ ਸਪੇਸ ਦੇ ਵਿੱਚ ਜਾ ਕੇ ਟੈਂਟ ਲਗਾ ਕੇ ਵੀ ਵੈਡਿੰਗਸ ਕੀਤੀਆਂ। ਉਹਦੇ ਵਿੱਚ ਕਈ ਵਾਰੀ 100 ਤੋਂ ਪਲੱਸ ਵੀ ਬੰਦਾ, ਉਹ ਇਦਾਂ ਦੀ ਸਪੇਸ ਹੁੰਦੀ ਹੈ ਜਿੱਥੇ ਜਾ ਕੇ ਪਤਾ ਹੀ ਨਹੀਂ ਚੱਲਦਾ ਵੀ ਅੰਦਰ ਜਾ ਕੇ ਕਿਤੇ ਫੰਕਸ਼ਨ ਕਰ ਲਿਆ। ਜਿਨ੍ਹਾਂ ਦੀ ਨੈਸੈਸਿਟੀ ਉਹਨਾਂ ਨੇ ਕਰਨਾ ਹੀ ਹੈ, ਔਰ ਲੋਕਾਂ ਨੂੰ ਪਤਾ ਕਿ ਅਸੀਂ ਕਰਨਾ ਹੈ 100 150, ਜਿਨ੍ਹਾਂ ਕੋਲ ਪੈਸੇ ਉਹਨਾਂ ਨੇ ਵੱਡੇ ਟੈਂਟ ਲਵਾ ਕੇ ਕਵਰ ਕਰਕੇ ਵੀ ਕਰ ਲੈਣਾ। ਰਿਜ਼ੋਰਟ ਐਸੋਸੀਏਸ਼ਨ ਇਹੀ ਮੰਗ ਕਰਦੀ ਹੈ ਵੀ ਸਾਡੇ ਕੋਈ ਸਾਨੂੰ ਰਿਲੀਫ ਦਿੱਤਾ ਜਾਵੇ, ਨਾ ਸਾਨੂੰ ਕੋਈ EMI ਦਾ ਰਿਲੀਫ ਹੈ। ਅਸੀਂ ਅਗਰ ਲੋਨ ਲੈਣ ਜਾਂਦੇ ਹਾਂ ਸਾਨੂੰ ਬੈਂਕ ਕਹਿੰਦਾ ਕਿ ਤੁਹਾਡੇ ਕੰਮ ਬੰਦ ਨੇ, ਅਸੀਂ ਤੁਹਾਨੂੰ ਲੋਨ ਨਹੀਂ ਦੇ ਸਕਦੇ। ਅਸੀਂ ਸਿਰਫ ਗਵਰਨਮੈਂਟ ਤੋਂ ਹੀ ਮੰਗ ਕਰਦੇ ਸਾਡਾ ਕੰਮ ਸ਼ੁਰੂ ਕਰਨ, 50% ਕਰ ਦੇਣ ਜਾਂ 40% ਅਕੋਰਡਿੰਗ ਟੂ ਸਾਡੀ ਜਿੰਨੀ ਸਿਟਿੰਗ ਕੈਪੈਸਿਟੀ ਹੈ, ਬਸ ਇਸ ਤੋਂ ਇਲਾਵਾ ਸਾਡੀ ਹੋਰ ਕੋਈ ਮੰਗ ਨਹੀਂ। ਅਗਰ ਤੁਸੀਂ ਕਹਿੰਦੇ ਹੋ ਕਿ ਇਹਦਾ ਕੀ ਰਿਜ਼ਲਟ ਆ ਅੱਗੇ, ਰਿਜ਼ਲਟ ਤੇ ਇਹ ਮੈਮ ਕੋਈ ਨਾ ਕੋਈ ਦੇਖੋ, ਕਈ ਬੰਦੇ ਸਾਡੀ ਲਾਈਨ 'ਚ ਕਈਆਂ ਨੂੰ ਕਿਸੇ ਨੂੰ ਅਟੈਕ ਆ ਗਿਆ, ਕਿਸੇ ਦੀ ਡੈਥ ਹੋ ਗਈ ਜਾਂ ਕਿਸੇ ਨੇ ਫੰਦਾ ਲਾ ਲਿਆ, ਫਾਂਸੀ ਲਾ ਲਈ, ਕੋਈ ਨਾ ਕੋਈ ਇੱਦਾਂ ਲਾਸ ਹੀ ਹੈ। ਅਗਰ ਕੋਵਿਡ ਨਾਲ ਨਹੀਂ ਬੰਦਾ ਮਰੇਗਾ, ਗਵਰਨਮੈਂਟ ਮਾਰਨ ਦੀ ਨੀਤੀਆਂ ਤੇ ਚੱਲੀ ਤਾਂ ਫਿਰ ਬੰਦੇ ਇੱਦਾਂ ਮਰਨਗੇ। ਜੇ ਸਾਡੇ ਘਰ ਨਹੀਂ ਚੱਲਣਗੇ, ਜੇ ਅਸੀਂ ਆਪਣੇ ਆਪ ਨੂੰ ਸਰਵਾਈਵ ਕਰ ਲਾਂਗੇ, ਸਾਡੇ ਨਾਲ 500-600 ਬੰਦਾ ਜੁੜਿਆ, ਵਿੱਚੋਂ 2-4 ਵੀ ਚਲੇ ਗਏ, ਉਹ ਘਾਟਾ ਕੋਈ ਨਹੀਂ ਪੂਰਾ ਕਰ ਸਕਦਾ। ਅਕਸਰ ਲੋਕ ਕਹਿੰਦੇ ਨੇ ਇਹਨਾਂ ਵੱਡੀਆਂ ਗੱਡੀਆਂ ਵਾਲਿਆਂ ਨੂੰ, ਕੋਠੀਆਂ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ, ਕੋਵਿਡ ਦਾ ਕੋਈ ਫਰਕ ਨਹੀਂ ਪਿਆ। ਇਹਨਾਂ ਦੀਆਂ ਤਾਂ ਬੈਕਅਪ ਪਲਾਨਸ ਹੀ ਇੰਨੇ ਸੋਹਣੇ ਸੀਗੇ, ਇਹਨਾਂ ਕੋਲ ਚੰਗੀ ਤਗੜੀ ਮੋਟੀ ਰਕਮ ਜਿਹੜੀ ਇਹਨਾਂ ਨੇ ਕਮਾਈ ਹੋਈ ਹੈ, ਇਹਨਾਂ ਦਾ ਲਾਈਫ ਸਟਾਈਲ ਉਦਾਂ ਹੀ ਚੱਲ ਰਿਹਾ। ਇਹ ਬਿਮਾਰੀ ਆਈ ਤਾਂ ਉੱਥੋਂ ਹੀ ਹੈ,
ਗਰੀਬ ਆਦਮੀ ਤੋਂ ਸ਼ੁਰੂ ਹੀ ਨਹੀਂ ਹੋਈ ਇਹ ਬਿਮਾਰੀ। ਜਿਹੜੇ ਬਾਈ ਪਲੇਨ ਇੰਡੀਆ 'ਚ ਲੈ ਕੇ ਆਏ ਨੇ ਉਹੀ ਲੈ ਕੇ ਆਏ ਨੇ ਨਾ, ਉਹਨਾਂ ਤੋਂ ਬਿਮਾਰੀ ਸ਼ੁਰੂ ਹੋਈ। ਇਹ ਸਿਰਫ ਕਹਿਣ ਦੀ ਗੱਲ ਹੈ ਵੱਡੀ ਗੱਡੀਆਂ ਵਾਲੇ, ਵੱਡੇ ਗੱਡੀਆਂ ਵਾਲਿਆਂ ਦੇ ਲੋਨ ਵੀ ਵੱਡੇ ਨੇ, ਉਹਨਾਂ ਦੇ ਖਰਚੇ ਵੀ ਵੱਡੇ ਨੇ, ਸਭ ਕੁਝ ਉਹਨਾਂ ਦਾ ਉਸੇ ਹਿਸਾਬ ਨਾਲ। ਉਹਦੇ ਨਾਲ ਬੰਦੇ ਵੀ ਕਿਹੜੇ ਕਿੰਨੇ ਜੁੜੇ ਨੇ, 200 ਬੰਦਾ ਜੁੜਿਆ ਹਰ ਬੰਦੇ ਦੇ ਨਾਲ। ਅਗਰ ਇੱਕ ਫੈਕਟਰੀ ਵਾਲਾ ਉਹਦੇ ਅੰਦਰ 200 ਆਦਮੀ ਕੰਮ ਕਰ ਰਿਹਾ ਤਾਂ ਗੱਡੀਆਂ ਵਾਲਾ ਬਣ ਗਿਆ, ਲੇਕਿਨ ਉਹਦੀ ਦੇਣਦਾਰੀ ਦੇਖੋ ਕਿੰਨੀ ਹੈ। ਇਸੇ ਤਰ੍ਹਾਂ ਹੋਟਲ ਇੰਡਸਟਰੀ ਹੈ, ਨਜ਼ਰ ਆ ਰਹੀ ਹੈ ਗੱਡੀ, ਵੱਡੇ ਰਿਸੋਰਟ ਨਜ਼ਰ ਆ ਰਹੇ ਨੇ, ਖਰਚੇ ਵੀ ਤਾਂ ਵੱਡੇ ਹੀ ਨੇ ਨਾ ਜੀ। ਹਾਂ ਉਸੇ ਹਿਸਾਬ ਨਾਲ ਐਕਸਪੈਂਸਿਸ ਵੀ ਜ਼ਿਆਦਾ ਨੇ। ਐਕਸਪੈਂਸਿਸ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਉਹ ਕਿੱਥੇ ਤੱਕ ਨਜ਼ਰ ਜ਼ਰੂਰ ਆਏਗਾ। ਕਿੰਨੇ ਦਿਨ 3 ਮਹੀਨੇ 4 ਮਹੀਨੇ ਅਸੀਂ ਸਟਾਫ ਨੂੰ ਦੇਣ ਤੋਂ ਬਾਅਦ ਅਸੀਂ ਖਾਲੀ ਹੋ ਚੁੱਕੇ ਹਾਂ। ਹੁਣੇ ਮੇਰੇ ਦੋਸਤ ਨੇ ਕਿਹਾ ਕਿ ਮੈਂ 4 ਮਹੀਨੇ ਤੋਂ ਬਿਜਲੀ ਦਾ ਬਿੱਲ ਨਹੀਂ ਦੇ ਪਾ ਰਿਹਾ, EMI ਨਹੀਂ ਦੇ ਪਾ ਰਿਹਾ। ਅਗਰ ਇਹਨਾਂ ਦੇ ਕੋਲ ਅੰਦਰ ਪੈਸਾ ਹੁੰਦਾ ਤਾਂ ਇਹ ਦਿੰਦੇ, ਬਿਲਕੁਲ ਦਿੰਦੇ, ਠੀਕ ਹੈ ਨਾ। ਹੁਣ ਤੁਸੀਂ ਉਸੇ ਪੋਜੀਸ਼ਨ ਦੇ ਹਿਸਾਬ ਨਾਲ ਪੈਸੇ ਦੀ ਅਰਨਿੰਗ ਖਤਮ ਹੋ ਚੁੱਕੀ। ਜਿਹੜੇ 4 ਮਹੀਨੇ ਅੰਦਰ ਸਾਡੇ ਕੋਲ ਜਮ੍ਹਾਂ ਪੂੰਜੀ ਸੀ ਉਹ ਖਤਮ ਹੋ ਚੁੱਕੇ ਨੇ। ਅਸੀਂ ਹੁਣ ਸਟਾਫ ਨੂੰ ਵੀ ਦੇਣ ਤੋਂ ਹੱਥ ਖੜੇ ਕਰਤੇ, ਸਰਕਾਰ ਨੂੰ ਵੀ ਖੜੇ ਕਰ ਰਹੇ ਹਾਂ। ਕਿੱਥੋਂ ਲਿਆ ਕੇ ਦਾਂਗੇ? ਕੋਈ ਹੁਣ ਕਈ ਆਦਮੀ ਜਿਹੜੇ ਨੇ, ਸਾਡੇ ਇੱਕ ਦੋਸਤ ਹੈਗੇ ਨੇ, ਉਹ ਰਿਸੋਰਟ ਦੇ ਮਾਲਕ ਸੀ, ਉਹਨਾਂ ਨੂੰ ਇਸੇ ਗੱਲ ਤੋਂ ਅਟੈਕ ਹੋ ਗਿਆ, ਡੈਥ ਹੋ ਗਈ, ਠੀਕ ਹੈ ਨਾ। ਹੁਣ ਇਹ ਪੋਜੀਸ਼ਨ ਐਸੀ ਆ ਚੁੱਕੀ ਹੈ ਕਿ ਸਰਕਾਰ ਨੂੰ ਸਾਡੇ ਵਾਸਤੇ ਕੁਝ ਨਾ ਕੁਝ ਕਰਨਾ ਪਏਗਾ। ਰੀਜ਼ਨ ਸਾਰੀ ਇੰਡਸਟਰੀ ਖੁੱਲ ਗਈ, ਸਾਰੀਆਂ ਦੁਕਾਨਾਂ ਖੋਲਤੀਆਂ, शराब ने अपने सरकार ने अपने अर्निंग वाले पॉइंट सारे खोले, सारी टैक्सेशन खोल रखी है, सारे शराब के ठेके खोल रखे हैं, उन्होंने टाइम भी ज़्यादा दे रखा है। फिर एक होटल वाला कितने जाएगा जी? असी अपना बिजनेस कितों करांगे? जो साढ़े को आएगा तो साड़ा स्टाफ चलेगा। सारे उस तो नाल जुड़े बंदे, एक एक बंदे नाल 500 बंदा जुड़ा है, वो सारे तां ही काम कर पाएंगे। ਇਹ ਸਰਕਾਰਾਂ ਦੇ ਖਿਲਾਫ ਇਹ ਸੰਘਰਸ਼ ਨਹੀਂ ਵਿੱਢਿਆ ਗਿਆ, ਇਹ ਸਿਰਫ ਸਰਕਾਰਾਂ ਨੂੰ ਇੱਕ ਅਪੀਲ ਕੀਤੀ ਜਾ ਰਹੀ ਹੈ ਹੋਟਲ ਇੰਡਸਟਰੀ ਵੱਲੋਂ ਕਿ ਇਹਨਾਂ ਨੂੰ ਵੀ ਨਜ਼ਰਅੰਦਾਜ਼ ਨਾ ਕੀਤਾ ਜਾਏ, ਇਹਨਾਂ ਦੀ ਇੰਡਸਟਰੀ ਨੂੰ ਵੀ ਧਿਆਨ ਵਿੱਚ ਲਿਆਂਦਾ ਜਾਏ, ਇਹਨਾਂ ਦੀਆਂ ਜੋ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਤਾਂ ਕਿ ਉਸੇ ਤਰ੍ਹਾਂ ਇਹਨਾਂ ਦਾ ਹੁੱਕਾ ਪਾਣੀ ਚੱਲੇ। ਉਸੇ ਤਰ੍ਹਾਂ ਜੋ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ, ਇੱਕ ਮੈਰਿਜ ਪੈਲੇਸ ਦੇ ਨਾਲ 500 ਬੰਦੇ ਦੀ ਦਿਹਾੜੀ ਜਿਹੜੀ ਜੁੜੀ ਹੁੰਦੀ ਹੈ, ਉਹ ਇਸ ਵੇਲੇ ਬੇਰੋਜ਼ਗਾਰ ਨੇ। ਤਾਂ ਸਰਕਾਰਾਂ ਇਸ ਗੱਲ ਵੱਲ ਵੀ ਜ਼ਰੂਰ ਧਿਆਨ ਦੇਣ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।